ਵੀ ਉਹ ਕਹਿੰਦੇ ਆ ਕਿ 33 ਕਰੋੜ ਨਹੀਂ ਹੈ, 33 ਕੋਟੀ ਹੈ। ਉਹ ਕਹਿੰਦੇ ਹੈਗਾ ਕਿ 33 ਵੱਖ-ਵੱਖ ਕਿਸਮਾਂ ਦੇ ਜਿਹੜੇ ਦੇਵੀ ਦੇਵਤੇ ਆ, 33 ਕਰੋੜ ਦੇਵੀ ਦੇਵਤੇ ਨਹੀਂ ਹੈ। ਕੀ ਕਹੋਗੇ ਇਸ ਦੇ ਬਾਰੇ? ਲੇਕਿਨ ਇਹ ਜਿਹੜੀ ਡਿਕਸ਼ਨਰੀ ਦਾਸ ਨੇ ਦੱਸਿਆ ਇੰਗਲਿਸ਼ ਟੂ ਸੰਸਕ੍ਰਿਤ ਵਾਵਨ ਸ਼ਿਵਰਾਮ ਦੀ ਲਿਖੀ ਹੋਈ, ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜਾ ਕੋਟੀ ਦਾ ਭਾਵ ਕਰੋੜ ਹੀ ਹੁੰਦਾ। ਇਸ ਤੋਂ ਇਲਾਵਾ ਸਰਦਾਰ ਜਗਜੀਤ ਸਿੰਘ ਜੀ ਸਕੰਦ ਪੁਰਾਣ 'ਚ ਮਹੇਸ਼ਵਰ ਕਾਂਡ ਚੈਪਟਰ 6 'ਚ ਬਕਾਇਦਾ 33 ਕਰੋੜ ਦੇਵਾਂ ਦਾ ਹੀ ਜ਼ਿਕਰ ਆਉਂਦਾ ਹੈ। ਇਸੇ ਪੁਰਾਣ ਦੇ 62ਵੇਂ ਚੈਪਟਰ 'ਚ 33 ਕਰੋੜ ਦੀ ਗਿਣਤੀ ਆਉਂਦੀ ਹੈ। ਇੱਕ ਇਹਨਾਂ ਦੀ ਸੰਸਥਾ ਹੈਗੀ ਆ ਇਸਕੌਨ, ਜਿਹੜੀ ਭਾਗਵਤ ਗੀਤਾ ਨੂੰ ਮੰਨਦੇ ਆ ਜੀ। ਉਹ ਜਿਹੜੀ ਵਿਆਖਿਆ ਕਰਦੇ ਆ ਉਹਦੇ ਵਿੱਚ ਉਹ ਤ੍ਰਿਦਸ਼ਮ ਭਾਵ 33 ਕਰੋੜ ਹੀ ਮੰਨਦੇ ਆ। ਇੱਕ ਲੈਕਚਰ ਲਾਸ ਏਜੰਸ 'ਚ ਹੋਇਆ ਜੀ, ਉਹ ਭਾਗਵਤ ਅਨੁਸਾਰ ਉਹ ਵੀ 33 ਕਰੋੜ ਮੰਨਦਾ। ਸਬੂਤ ਮੈਂ ਸਾਰੇ ਤੁਹਾਨੂੰ ਦੇ ਦਿੱਤੇ ਜੀ। ਜਿਹਨੇ ਆਪਾਂ ਨੂੰ ਇਹ ਸਵਾਲ ਪੁੱਛਿਆ ਉਹਨੂੰ ਇੱਕ ਬੇਨਤੀ ਕਰੀਏ ਵੀ ਸਾਨੂੰ ਪਤਾ ਕਿ ਹੁਣ ਇਹ ਰਿਗਵੇਦ ਦੀ ਵਿਆਖਿਆ ਬਦਲ ਰਿਹਾ। ਜੇ ਤੁਹਾਨੂੰ ਉਦੋਂ ਲੱਗਾ ਸੀਗਾ ਵੀ ਇਹ 33 ਕਰੋੜ ਨਹੀਂ ਹੈ, ਇਹਦਾ ਅਰਥ ਬਣਦਾ, ਤੇ ਫਿਰ ਤੁਸੀਂ ਇਹਨਾਂ ਨੂੰ ਚੈਲੰਜ ਕਿਉਂ ਨਾ ਕੀਤਾ? ਅਕਾਲ ਚੈਨਲ ਵੱਲੋਂ ਖਾਸ ਤੌਰ ਤੇ ਜੋ ਇਸ ਅਜੋਕੇ ਸਮੇਂ ਦੇ ਵਿੱਚ ਸਿਧਾਂਤਕ ਹਮਲੇ ਕੀਤੇ ਜਾਂਦੇ ਨੇ, ਉਹਨਾਂ ਤੇ ਸਾਰੇ ਪ੍ਰੋਗਰਾਮ ਜਿਹੜੇ ਨੇ ਪੂਰੇ ਰੈਫਰੈਂਸਿਸ ਦੇ ਆਧਾਰ ਤੇ ਕੀਤੇ ਜਾਂਦੇ ਨੇ। ਅਸੀਂ ਦਰਸ਼ਕਾਂ ਨੂੰ ਬਾਰ-ਬਾਰ ਇਹ ਬੇਨਤੀ ਕਰਦੇ ਹੁੰਦੇ ਆ ਕਿ ਜੇ ਤੁਹਾਡੇ ਕੋਲ ਕੋਈ ਸਵਾਲ ਹੈ, ਤੁਹਾਡੇ ਕੋਲ ਕੋਈ ਕੁਐਸਚਨ ਹੈ, ਤੁਸੀਂ ਸਾਨੂੰ ਈਮੇਲ ਕਰੋ। ਸਾਡੀ ਈਮੇਲ ਆਈਡੀ ਹੈ info@akalchannel.tv। ਤੁਸੀਂ ਇਸ ਤੇ ਸਾਨੂੰ ਈਮੇਲ ਕਰ ਸਕਦੇ ਹੋ। ਤੁਹਾਨੂੰ ਰੈਫਰੈਂਸਿਸ ਦੇ ਆਧਾਰ ਤੇ ਪੂਰਾ ਜਿਹੜਾ ਜਵਾਬ ਹੈ ਉਹ ਦਿੱਤਾ ਜਾਵੇਗਾ। ਪਿਛਲੇ ਪ੍ਰੋਗਰਾਮ ਦੇ ਵਿੱਚ ਜੋ 33 ਕਰੋੜ ਦੇਵੀ ਦੇਵਤਿਆਂ ਦੀ ਗੱਲ ਜਥੇਦਾਰ ਹੋਣਾ ਵੱਲੋਂ ਕੀਤੀ ਗਈ ਸੀ, ਉਸ ਦੇ ਆਧਾਰ ਤੇ ਸਾਡੇ ਹਿੰਦੂ ਵੀਰਾਂ ਵੱਲੋਂ ਕੋਈ ਸਵਾਲ ਆਏ ਸੀ ਕਿ ਜੀ ਨਹੀਂ, ਇਹ ਗਲਤ ਗੱਲ ਹੈਗੀ, ਇਸ ਤਰ੍ਹਾਂ ਨਹੀਂ ਹੈਗਾ। ਅੱਜ ਆਪਾਂ ਇਸ ਵਿਚਾਰ ਚਰਚਾ ਨੂੰ ਅੱਗੇ ਲੈ ਕੇ ਜਾਣਾ ਹੈਗਾ। ਜਥੇਦਾਰ ਜੀ, ਜੋ 33 ਕਰੋੜ ਦੇਵੀ ਦੇਵਤਿਆਂ ਦੀ ਗੱਲ ਪ੍ਰੋਗਰਾਮ ਦੇ ਵਿੱਚ ਆਪਾਂ ਕੀਤੀ ਸੀ, ਤੇ ਕੀ ਇਹਦਾ ਸਾਨੂੰ ਕੋਈ ਰੈਫਰੈਂਸਿਸ ਮਿਲਦਾ ਹੈਗਾ? ਥੋੜ੍ਹਾ ਜਿਹਾ ਇਸ ਬਾਰੇ ਚਾਨਣਾ ਪਾਓ, ਕਿਉਂਕਿ ਉਹ ਕਹਿੰਦੇ ਆ ਕਿ 33 ਕਰੋੜ ਨਹੀਂ ਹੈ, 33 ਕੋਟੀ ਹੈ। ਉਹ ਕਹਿੰਦੇ ਹੈਗਾ ਕਿ 33 ਵੱਖ-ਵੱਖ ਕਿਸਮਾਂ ਦੇ ਜਿਹੜੇ ਦੇਵੀ ਦੇਵਤੇ ਆ, 33 ਕਰੋੜ ਦੇਵੀ ਦੇਵਤੇ ਨਹੀਂ ਹੈ। ਕੀ ਕਹੋਗੇ ਇਸ ਦੇ ਬਾਰੇ? ਇਹ ਸਰਦਾਰ ਜਗਜੀਤ ਸਿੰਘ ਜੀ, ਉਹ ਜਿਸ ਮੇਰੇ ਵੀਰ ਦਾ ਇੱਥੇ ਫੋਨ ਆਇਆ ਸੀਗਾ ਜੀ, ਤੇ ਉਹਨੇ ਇਹ ਕਿਹਾ ਵੀ ਇਹ 33 ਕਰੋੜ ਨਹੀਂ ਹੈ। ਉਹਨਾਂ ਨੇ ਇੱਕ ਹਵਾਲਾ ਦਿੱਤਾ ਵੀ ਉੱਥੇ ਲਿਖਿਆ ਹੋਇਆ 63 ਸਤੀ ਕੋਟੀ, ਤੇ ਉਹਨਾਂ ਨੇ ਕਿਹਾ ਕਿ ਜਿਹੜਾ ਕੋਟੀ ਦਾ ਮਤਲਬ ਆ ਇਹ ਕਰੋੜ ਨਹੀਂ ਹੁੰਦਾ, ਜੋ ਮੇਰੇ ਹਿੰਦੂ ਵੀਰ ਨੇ ਮੈਨੂੰ ਪੁੱਛਿਆ ਜੀ। ਤੇ ਉਹਨਾਂ ਨੂੰ ਆਪਾਂ ਕਿਹਾ ਸੀਗਾ ਵੀ ਤੁਸੀਂ ਲਿਖ ਕੇ ਸਾਨੂੰ ਸਵਾਲ ਭੇਜ ਦਿਓ ਤਾਂ ਕਿ ਅਸੀਂ ਪੂਰੀ ਡਿਟੇਲ 'ਚ ਤੁਹਾਨੂੰ ਜਵਾਬ ਦੇ ਸਕੀਏ। ਉਹਨਾਂ ਮੇਰਾ ਖਿਆਲ ਲਿਖ ਕੇ ਨਹੀਂ ਭੇਜਿਆ, ਬਿਲਕੁਲ ਨਹੀਂ ਭੇਜਿਆ, ਪਰ ਸਾਡੀ ਡਿਊਟੀ ਬਣਦੀ ਹੈ ਵੀ ਅਸੀਂ ਉਹਦਾ ਜਵਾਬ ਪੂਰੀ ਤਰ੍ਹਾਂ ਦੇਈਏ ਜੀ। ਹੁਣ ਇਹਦੇ 'ਚ ਇੱਕ ਇਹਨਾਂ ਦੀ ਜਿਹੜੀ ਅਸੀਂ ਬੇਨਤੀ ਕਰੀਏ ਵੀ ਅਸੀਂ 33 ਕਰੋੜ ਆਪਣੇ ਕੋਲੋਂ ਨਹੀਂ ਕਿਹਾ ਹੈ। ਹੁਣ ਇਹ ਇਹਨਾਂ ਦੀ ਇੱਕ ਡਿਕਸ਼ਨਰੀ ਹੈ ਇੰਗਲਿਸ਼ ਟੂ ਸੰਸਕ੍ਰਿਤ, 1897 'ਚ ਲਿਖ ਹੋਈ। ਵਾਵਨ ਸ਼ਿਵਰਾਮ ਜਿਹੜਾ ਉਹਦਾ ਲਿਖਾਰੀ ਹੈ, ਉਹਨੇ ਸਪਸ਼ਟ ਕਰਕੇ ਕਿਹਾ ਕਿ ਕੋਟੀ ਦਾ ਭਾਵ ਜਿਹੜਾ ਉਹ ਕਰੋੜ ਵੀ ਹੁੰਦਾ, ਔਰ ਇਹਦੇ ਨਾਲ ਹੀ ਉਹਨਾਂ ਨੇ ਜਿਹੜਾ ਵੀਰ ਮੇਰਾ ਹਿੰਦੂ ਸੱਜਣ ਸੀਗਾ, ਉਹ ਕਹਿ ਰਿਹਾ ਸੀ ਵੀ ਨਹੀਂ, ਕੋਟੀ ਦਾ ਮਤਲਬ ਜਿਹੜਾ ਇਹ ਟਾਈਪ ਹੁੰਦਾ, ਕਰੋੜ ਨਹੀਂ ਹੁੰਦਾ। ਲੇਕਿਨ ਇਹ ਜਿਹੜੀ ਡਿਕਸ਼ਨਰੀ ਦਾਸ ਨੇ ਦੱਸਿਆ ਇੰਗਲਿਸ਼ ਟੂ ਸੰਸਕ੍ਰਿਤ ਵਾਵਨ ਸ਼ਿਵਰਾਮ ਦੀ ਲਿਖੀ ਹੋਈ, ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜਾ ਕੋਟੀ ਦਾ ਭਾਵ ਕਰੋੜ ਹੀ ਹੁੰਦਾ। ਅੱਛਾ, ਇਹ ਡਿਕਸ਼ਨਰੀ 'ਚ ਕੋਟੀ ਦਾ ਭਾਵ ਕਰੋੜ ਹੋ ਗਿਆ ਜੀ। ਦੂਜੀ ਹੈਗੀ ਆ ਸੰਸਕ੍ਰਿਤ ਤੋਂ ਹਿੰਦੀ ਡਿਕਸ਼ਨਰੀ, ਉਹ ਚਤੁਰਵੇਦੀ ਸੰਸਕ੍ਰਿਤ ਹਿੰਦੀ ਕੋਸ਼, ਲੇਖਕ ਚਤੁਰਵੇਦੀ ਦਵਾਰਕਾ ਪ੍ਰਸਾਦ ਜੀ। ਉਹਨੇ ਇਹਦੇ ਦੋ ਅਰਥ ਕੀਤੇ ਆ। ਇੱਕ ਕੀਤਾ ਇਹ ਕੋਟੀ ਦੇ ਅਰਥ ਜਿਹੜੇ ਉਹਨੇ ਕੀਤੇ ਜੀ, ਹਥਿਆਰੋਂ ਕੀ ਨੋਕ, ਤੇ ਦੂਜਾ ਉਹਨੇ ਬੜਾ ਸਪਸ਼ਟ ਕਰਕੇ ਲਿਖਿਆ ਕਿ ਇਹਦਾ ਮਤਲਬ ਹੈ 1 ਕਰੋੜ ਦੀ ਸੰਖਿਆ ਜੀ। ਇੱਥੇ ਉਹਨੇ ਟਾਈਪ ਬਿਲਕੁਲ ਲਿਖਿਆ ਹੀ ਨਹੀਂ ਨਾਲ, ਉਹਨੇ ਸਿਰਫ ਦੋ ਹੀ ਮਤਲਬ ਕੀਤੇ ਆ, ਹਥਿਆਰੋं की नोक 1 करोड़ की संख्या।
ਇਸ ਤੋਂ ਇਲਾਵਾ ਸਰਦਾਰ ਜਗਜੀਤ ਸਿੰਘ ਜੀ ਸਕੰਦ ਪੁਰਾਣ 'ਚ ਮਹੇਸ਼ਵਰ ਕਾਂਡ ਚੈਪਟਰ 6 'ਚ ਬਕਾਇਦਾ 33 ਕਰੋੜ ਦੇਵਾਂ ਦਾ ਹੀ ਜ਼ਿਕਰ ਆਉਂਦਾ ਹੈ। ਜੀ ਜੀ। ਇਸੇ ਪੁਰਾਣ ਦੇ 62ਵੇਂ ਚੈਪਟਰ 'ਚ 33 ਕਰੋੜ ਦੀ ਗਿਣਤੀ ਆਉਂਦੀ ਹੈ। ਔਰ ਉਹਦੇ ਤਾਂ ਉਹ ਇਦਾਂ ਵੀ ਲਿਖਦੇ 1 ਕਰੋੜ 20 ਲੱਖ ਜਿਹੜੇ ਆ ਉਹ ਗਾਣਿਆਂ, 9 ਕਰੋੜ ਚਮਿੰਡਾ ਆ, 1 ਕਰੋੜ ਭੈਰਵ ਆ, ਉਹ ਇਸ ਤਰ੍ਹਾਂ ਵੀ ਗਿਣਤੀ ਦੀ ਜਿਹੜੀ ਉਹਦੇ ਨਾਲ ਕਰਦੇ ਆ ਵਿਆਖਿਆ। ਇੱਕ ਇਹਨਾਂ ਦੀ ਸੰਸਥਾ ਹੈਗੀ ਆ ਇਸਕੌਨ, ਜਿਹੜੀ ਭਾਗਵਤ ਗੀਤਾ ਨੂੰ ਮੰਨਦੇ ਆ ਜੀ। ਉਹ ਜਿਹੜੀ ਵਿਆਖਿਆ ਕਰਦੇ ਆ ਉਹਦੇ ਵਿੱਚ ਉਹ 3 ਭਾਵ 33 ਕਰੋੜ ਹੀ ਮੰਨਦੇ ਆ। ਉਹ ਇਹਦਾ ਮਤਲਬ ਜਿਹੜਾ ਨਾ ਜੀ ਕੋਟੀ ਦਾ ਜਿਹੜਾ ਉਹ ਭਾਈ ਸਾਹਿਬ ਕਹਿ ਰਹੇ ਆ ਵੀ ਕੋਟੀ ਦਾ ਮਤਲਬ ਜਿਹੜਾ ਇਹ ਕਰੋੜ ਨਹੀਂ ਹੁੰਦਾ, ਉਹ ਵੀ ਇਹੀ ਮੰਨਦੇ ਆ ਕਿ 33 ਕਰੋੜ ਆ। ਇਹਦੇ 'ਚ ਅਗਲਾ ਹੈਗਾ ਕਿ ਸਰੀਲਾ ਪ੍ਰਭੂ ਦਾ ਜਿਹੜਾ 22 ਮਈ 1972 ਨੂੰ ਇੱਕ ਲੈਕਚਰ ਲਾਸ ਏਜੰਸ 'ਚ ਹੋਇਆ ਜੀ, ਉਹ ਭਾਗਵਤ ਅਨੁਸਾਰ ਉਹ ਵੀ 33 ਕਰੋੜ ਮੰਨਦਾ। ਸਬੂਤ ਮੈਂ ਸਾਰੇ ਤੁਹਾਨੂੰ ਦੇ ਦਿੱਤੇ ਜੀ। ਬਿਲਕੁਲ ਜੀ। ਐਂਡ ਤੇ ਜਿਹੜੀ ਗੱਲ ਆ ਕਿ ਅਸੀਂ ਉਹ ਵੀਰ ਨੂੰ ਜਿਹਨੇ ਆਪਾਂ ਨੂੰ ਇਹ ਸਵਾਲ ਪੁੱਛਿਆ ਉਹਨੂੰ ਇੱਕ ਬੇਨਤੀ ਕਰੀਏ ਵੀ ਸਾਨੂੰ ਪਤਾ ਕਿ ਹੁਣ ਇਹ ਰਿਗਵੇਦ ਦੀ ਵਿਆਖਿਆ ਬਦਲ ਰਿਹਾ ਜੀ ਜੀ। ਸਾਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਗਿਆਨ ਆ। ਉਹ ਰਿਗਵੇਦ ਦੀ ਵਿਆਖਿਆ ਦਾ ਜਿਹੜਾ ਉਹ ਕੋਟੀ ਦੇ ਹਿਸਾਬ ਨਾਲੋਂ ਇਹ ਕਿੱਦਾਂ ਬਣਾ ਰਿਹਾ। ਉਹ ਕਹਿੰਦੇ ਕਿ ਜਿਹੜਾ ਕੋਟੀ ਦਾ ਅਰਥ ਆ ਜੀ, ਇਹ ਬਣਾਉਂਦੇ ਆ 12 ਅਦਿੱਤਿਆ, 11 ਰੁਦਰ, 8 ਵਾਸੂ, 1 ਪ੍ਰਜਾਪਤੀ, 1 ਇੰਦਰ। ਇਹ ਨਾ 33 ਬਣੋ। ਇਹ ਕੋਟੀ ਦੇ ਅਰਥ ਜਿਹੜੇ ਆ ਉਹ ਇਦਾਂ ਕਰਦੇ ਆ ਜੀ। ਸਾਨੂੰ ਇਸ ਗੱਲ ਦਾ ਵੀ ਪਤਾ, ਪਰ ਸਾਨੂੰ ਅਸੀਂ ਤੁਹਾਨੂੰ ਸਬੂਤ ਸਾਰੇ ਦੇ ਦਿੱਤੇ ਕਿ ਇਹਨਾਂ 'ਚ ਕੋਟੀ ਦੇ ਅਰਥ ਕਰੋੜ ਹੀ ਕਿਹਾ ਗਿਆ। ਬਿਲਕੁਲ ਜੀ। ਔਰ ਜੇ ਆਪਾਂ ਕਹੀਏ ਕਿ ਪਿੱਛੇ ਜਿਹੇ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਹਿੰਦੂਇਜ਼ਮ 330 ਮਿਲੀਅਨ ਗੋਡਸ ਇਸ ਨਾਮ ਦੀ ਜਿਹੜੀ ਡਾਕੂਮੈਂਟਰੀ ਹੈ BBC ਵੱਲੋਂ ਜਿਹੜੀ ਹੈ ਪ੍ਰਕਾਸ਼ਿਤ ਕੀਤੀ ਜਾਂਦੀ ਹੈ, ਔਰ ਉਸ ਦੇ ਉੱਤੇ ਵੀ ਕੋਈ ਸਾਨੂੰ ਚੈਲੰਜ ਜਾਂ ਆਬਜੈਕਸ਼ਨ ਨਹੀਂ ਮਿਲਦਾ ਹੈਗਾ, ਕਿਉਂਕਿ ਇਹ ਬਹੁਤ ਸਾਰੇ ਜਿਹੜਾ ਆਉਂਦਾ ਹੈਗਾ ਕਿ 330 ਮਿਲੀਅਨ ਗੋਡਸ ਜਿਹੜੇ ਮੰਨਦੇ ਹੈਗੇ ਆ। ਹਰੇਕ ਨੂੰ ਆਪਣਾ ਧਰਮ ਮੰਨਣ ਦਾ ਜਿਹੜਾ ਅਧਿਕਾਰ ਹੈ, ਅਸੀਂ ਉੱਤੇ ਆਬਜੈਕਸ਼ਨ ਨਹੀਂ ਕਰਦੇ। ਔਰ ਅਸੀਂ ਪ੍ਰੋਗਰਾਮ 'ਚ ਕਹਿੰਦੇ ਹੁੰਦੇ ਕਿ ਜੇ ਤੁਹਾਡੇ ਕੋਲ ਕੋਈ ਸਵਾਲ ਹੋਵੇ ਤੁਸੀਂ ਜ਼ਰੂਰ ਪੁੱਛਿਆ ਕਰੋ। ਵੀਰਾਂ ਨੇ ਪੁੱਛਿਆ ਸੀ ਤੇ ਸਾਡਾ ਫਰਜ਼ ਬਣਦਾ ਸੀ ਕਿ ਇਸ ਦਾ ਜਵਾਬ ਦਈਏ। ਇਸ ਤੋਂ ਇਲਾਵਾ ਹੈਗਾ ਜੀ ਦ ਹਿੰਦੂ ਟੈਂਪਲ ਬ੍ਰਿਸਟਲ, ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਉਹ ਵੀ ਅਸੀਂ ਤੁਹਾਨੂੰ ਸਕਰੀਨ ਤੇ ਦਿਖਾਵਾਂਗੇ, ਔਰ ਉਸ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਇਸ ਚੀਜ਼ ਨੂੰ ਐਕਸੈਪਟ ਕੀਤਾ ਹੋਇਆ ਕਿ ਕਿਸ ਤਰੀਕੇ ਦੇ ਨਾਲ ਹਾਊ ਇਜ਼ ਹਿੰਦੂਇਜ਼ਮ ਯੂਨੀਕ ਫਰੋਮ ਦਾ ਅਦਰ ਰਿਲੀਜਨਸ। ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਹੈਗੇ ਆ 313 ਮਿਲੀਅਨ ਗੋਡਸ ਦੀ ਜਿਹੜੀ ਆ ਉਹ ਕਰਦੇ ਹੈਗੇ ਆ। ਔਰ ਉਸ ਤੋਂ ਬਾਅਦ ਅਸ਼ੋਕ ਸਵੈਨ, ਜਿਨ੍ਹਾਂ ਨੂੰ ਸ਼ਾਇਦ ਤੁਸੀਂ ਜਾਣਦੇ ਹੋਵੋ, ਇਹ ਹੈਗੇ ਆ ਪ੍ਰੋਫੈਸਰ ਆਫ ਪੀਸ ਐਂਡ ਕਨਫਲਿਕਟ ਰਿਸਰਚ, ਇਹ ਸਵੀਡਨ ਦੇ ਵਿੱਚ ਹੈਗੇ ਆ। ਔਰ ਇਹਨਾਂ ਨੂੰ ਜਿਹੜਾ ਹੈ ਬਹੁਤ ਜ਼ਿਆਦਾ ਉਭਾਰਿਆ ਵੀ ਜਾਂਦਾ ਹੈਗਾ। ਇਹਨਾਂ ਵੱਲੋਂ ਵੀ ਜਿਹੜਾ ਡੋਨਲਡ ਟਰੰਪ ਨੂੰ ਜਿਹੜਾ ਟਵੀਟ ਕੀਤਾ ਗਿਆ ਸੀ, ਇਸ ਦੀ ਵੀ ਤਸਵੀਰ ਤੁਹਾਨੂੰ ਅਸੀਂ ਸਕਰੀਨ ਤੇ ਦਿਖਾ ਦਿੰਦੇ ਹਾਂ ਕਿ USA has one god, India has 333 million gods and goddesses। ਇਹ ਜਿਹੜਾ ਇਹਨਾਂ ਵੱਲੋਂ ਵੀ ਟਵੀਟ ਕੀਤਾ ਗਿਆ ਸੀ। ਤੁਸੀਂ ਇਹਨਾਂ ਕੋਲੋਂ ਜਾ ਕੇ ਪੁੱਛੋ ਕਿ ਭਾਈ ਤੁਸੀਂ ਕਿਸ ਆਧਾਰ ਤੇ ਜਿਹੜੀ ਗੱਲ ਕੀਤੀ ਹੈਗੀ ਆ, ਤੇ ਜ਼ਰੂਰ ਸਾਡੇ ਵੀਰਾਂ ਨੂੰ ਜਿਹੜਾ ਹੈ ਜਵਾਬ ਮਿਲ ਗਿਆ ਹੋਵੇਗਾ, ਕਿਉਂਕਿ ਜ਼ਰੂਰਤ ਬਣ ਜਾਂਦੀ ਹੈ ਸਮੇਂ ਦੀ ਕਿ ਜੇ ਅਸੀਂ ਕੋਈ ਗੱਲ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਸਾਡੇ ਕੋਲ ਉਹਦੇ ਜਿਹੜੇ ਰੈਫਰੈਂਸਿਸ ਨੇ ਹੋਣੇ ਜ਼ਰੂਰ ਚਾਹੀਦੇ ਨੇ, ਤਾਂ ਕਿ ਅਸੀਂ ਦਰਸ਼ਕਾਂ ਨੂੰ ਜਿਹੜਾ ਦਿਖਾ ਸਕੀਏ। ਦੂਸਰੀ ਅਸੀਂ ਉਸ ਮੇਰੇ ਵੀਰ ਨੂੰ ਬੇਨਤੀ ਕਰਾਂਗੇ ਕਿ ਜੇ ਤੁਹਾਨੂੰ ਉਦੋਂ ਲੱਗਾ ਸੀਗਾ ਵੀ ਇਹ 33 ਕਰੋੜ ਨਹੀਂ ਹੈ, ਇਹਦਾ ਅਰਥ ਬਣਦਾ, ਤੇ ਫਿਰ ਤੁਸੀਂ ਇਹਨਾਂ ਨੂੰ ਚੈਲੰਜ ਕਿਉਂ ਨਾ ਕੀਤਾ। ਬਿਲਕੁਲ ਬਿਲਕੁਲ ਜੀ। ਸਾਡੇ ਜਗਜੀਤ ਸਿੰਘ ਜੀ 1897 ਚ ਗੁਰੂ ਗੋਬਿੰਦ ਸਿੰਘ ਦੀ 10ਵੀਂ ਬਾਣੀ ਦੇ ਨਾਲ ਜੀ ਹੋਰ ਬਹੁਤ ਸਾਰੇ ਟਰਾਂਸਲੇਸ਼ਨ ਜਾਂ ਰਚਨਾਵਾਂ ਰਲਾ ਕੇ 1428 ਸਫ਼ੇ ਦਾ ਹਜੂਰ ਸਾਹਿਬ ਉਹਨਾਂ ਨੇ ਬਰਾਬਰ ਗ੍ਰੰਥ ਪ੍ਰਕਾਸ਼ ਕਰਤਾ ਜੀ। ਹੁਣ 10ਵੀਂ ਦੀ ਬਾਣੀ ਨੂੰ ਸਾਰੇ ਮੰਨਦੇ ਆ। ਬਿਲਕੁਲ। ਉਹਨਾਂ ਨੇ 10ਵੀਂ ਦੀ ਬਾਣੀ ਲਿਖ ਕੇ ਤੇ ਨਾਲ ਹੋਰ ਰਚਨਾਵਾਂ ਕੀਤੀਆਂ, ਪਰ ਉਹਨੂੰ 1897 ਚ ਜੀ ਬਕਾਇਦਾ ਚੈਲੰਜ ਹੋਇਆ ਔਰ 32 ਬੀੜਾਂ ਇਕੱਠੀਆਂ ਕੀਤੀਆਂ ਗਈਆਂ, ਵੱਖਰੀਆਂ ਵੱਖਰੀਆਂ ਲਿਆ ਕੇ। ਔਰ ਉਦੋਂ ਤੋਂ ਜਿਹੜੀ ਉਸ ਸਕਾਲਰਾਂ ਦੀ ਰਿਸਰਚ ਹੈ ਵੀ ਉਹਦਾ ਲਿਖਾਰੀ ਕੌਣ ਆ, ਕੁਝ ਜ਼ਿੰਮੇਵਾਰ ਸ਼ਖਸੀਅਤਾਂ ਨੇ ਖੁਦ ਮੰਨਿਆ ਵੀ ਇਹਦੇ 1160 ਪੰਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੀ ਕਿਰਤ ਨਹੀਂ ਹੈ। ਕੁਝ ਇਹ ਆ, ਹੁਣ ਰਤਨ ਸਿੰਘ ਜੱਗੀ ਆ, ਉਹਨੇ ਈਵਨ PhD ਕੀਤੀ 10ਵੇਂ ਗ੍ਰੰਥ ਤੇ, ਪਰ ਉਹਨੇ ਵੀ ਆਪਣੀ ਸਵੈ ਜੀਵਨੀ ਚ ਮੰਨਿਆ ਵੀ ਇਹ ਸਾਰੀ ਕਿਰਤ ਗੁਰੂ ਦੀ ਨਹੀਂ ਹੈ। ਮੇਰਾ ਮਤਲਬ ਇਹ ਆ ਕਿ ਇਹਦੇ 'ਚ ਚੈਲੰਜ ਹੋਇਆ ਔਰ ਇਹ ਫੈਸਲਾ ਜਿਹੜਾ ਇਸ ਵੇਲੇ ਪੰਥ ਦੇ ਕੋਲ ਆ ਜੀ।
ਅਸੀਂ ਕੋਈ ਇਹ ਫੈਸਲਾ ਸਾਡਾ ਨਹੀਂ ਦੇ ਇੰਟਰਨਲ ਰਹੇ। ਕੌਮ ਦਾ ਮਸਲਾ ਹੈਗਾ ਜੀ। ਹਾਂ। ਜਦੋਂ ਕਹਿ ਲਓ ਵੀ ਜਦੋਂ ਕੌਮ ਵਿਚਾਰ ਕਰੇਗੀ ਇਸ ਤੇ ਫੈਸਲਾ ਵੀ ਹੋਵੇਗਾ। ਔਰ ਅਕਾਲ ਤਖਤ ਸਾਹਿਬ ਤੋਂ ਇੱਥੇ ਜਿਹੜਾ ਹੁਕਮਨਾਮਾ ਵੀ ਆਇਆ ਹੋਇਆ ਕਿ ਜਿਸ ਨੇ ਜਿੰਨੀ ਰਚਨਾ ਪੜ੍ਹਨੀ ਹੈਗੀ ਆ ਪੜ੍ਹੇ, ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਹੈਗਾ ਬਰਾਬਰ ਪ੍ਰਕਾਸ਼ ਜੀ। ਬਰਾਬਰ ਪ੍ਰਕਾਸ਼ ਜਿਹੜਾ ਉਹ ਨਹੀਂ ਹੋ ਸਕਦਾ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਜਦੋਂ ਇਸ ਤਰੀਕੇ ਦੇ ਹਮਲੇ ਹੁੰਦੇ ਨੇ ਤੇ ਜਵਾਬ ਦੇਣੇ ਬਣਦੇ ਹੀ ਨੇ, ਕਿਉਂਕਿ ਇਹ ਹੁੰਦੇ ਮਾਨਸਿਕ ਹਮਲੇ ਹੁੰਦੇ ਨੇ ਕੌਮਾਂ ਦੇ ਉੱਤੇ। ਔਰ ਜੇ ਆਪਾਂ ਕਹੀਏ ਕਿ ਇਸ ਦਾ ਜਵਾਬ ਵੀ ਮਾਨਸਿਕ ਤਰੀਕੇ ਦੇ ਨਾਲ, ਇੰਟੈਲੈਕਟ ਦੇ ਨਾਲ ਹੀ ਦਿੱਤਾ ਜਾ ਸਕਦਾ। ਜੇ ਅਸੀਂ ਉੱਦਾਂ ਦੂਸ਼ਣਬਾਜ਼ੀ ਕਹੀ ਜਾਈਏ ਜਾਂ ਕਮੈਂਟਸ ਦੇ ਵਿੱਚ ਗਾਲਾਂ ਲਿਖੀ ਜਾਈਏ ਜਾਂ ਇਸ ਤਰ੍ਹਾਂ ਦਾ ਕਰੀਏ ਤੇ ਇਸ ਦੇ ਨਾਲ ਕੋਈ ਬਹੁਤਾ ਜ਼ਿਆਦਾ ਜੇ ਕਹੀਏ ਕਿ ਸਾਨੂੰ ਨਾ ਕੋਈ ਸਾਨੂੰ ਲਾਭ ਹੋਵੇਗਾ ਨਾ ਦੂਸਰਿਆਂ ਨੂੰ ਲਾਭ ਹੋਵੇਗਾ। ਗੁਰੂ ਨਾਨਕ ਸਾਹਿਬ ਨੇ ਸਾਨੂੰ ਵਿਚਾਰ ਚਰਚਾ ਸਿਖਾਈ ਹੈ ਔਰ ਅਸੀਂ ਆਪਣੇ ਪਲੇਟਫਾਰਮ ਤੇ ਇਸ ਨੂੰ ਜਿਹੜਾ ਬੜਾ ਬਾਖੂਬੀ ਯੂਜ਼ ਕਰਦੇ ਹਾਂ। ਜਿਹੜੇ ਸਿਧਾਂਤਕ ਸਵਾਲ ਉੱਠੇ ਸੀ, ਚਾਹੇ ਉਹ ਇਕਬਾਲ ਸਿੰਘ ਵੱਲੋਂ ਹੋਣ, ਚਾਹੇ ਉਹ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਵੱਲੋਂ ਜਦੋਂ ਰਾਮਾਇਣ ਕਿਹਾ ਗਿਆ ਹੋਵੇ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਲਿਖੀ ਗਈ ਹੋਵੇ, ਉਸ ਤੋਂ ਬਾਅਦ ਜੋ ਸਿੱਖਾਂ ਦੇ ਵਿੱਚ ਸਵਾਲ ਉੱਠੇ ਸੀ ਉਸ ਦੇ ਜਿਹੜੇ ਜਵਾਬ ਹੈ ਬੜੇ ਬਾਖੂਬੀ ਤਰੀਕੇ ਦੇ ਨਾਲ ਅਕਾਲ ਚੈਨਲ ਨੇ ਦਿੱਤੇ ਹੈਗੇ ਆ। ਔਰ ਅਸੀਂ ਬਾਰ-ਬਾਰ ਇਹੀ ਕਹਿੰਦੇ ਹੁੰਦੇ ਹਾਂ ਕਿ ਜੇ ਤੁਹਾਡੇ ਕੋਲ ਹੋਰ ਸਵਾਲ ਹੈਗੇ ਤੁਸੀਂ ਸਾਨੂੰ ਭੇਜੋ, ਕਿਉਂਕਿ ਸਾਡੇ ਕੋਲ ਜਿਹੜੇ ਆ ਵਿਦਵਾਨ ਇੱਥੇ ਹੈਗੇ ਆ। ਅਸੀਂ ਚਾਹੁੰਦੇ ਹਾਂ ਕਿ ਹਰੇਕ ਗੱਲ ਜਿਹੜੀ ਹੈ ਕਲੀਅਰ ਕੀਤੀ ਜਾਵੇ ਔਰ ਜਿਨ੍ਹਾਂ ਵੀਰਾਂ ਨੇ ਜਿਹੜੇ ਸਵਾਲ ਪੁੱਛੇ ਸੀ ਉਹਨਾਂ ਨੂੰ ਜਵਾਬ ਮਿਲ ਗਿਆ ਹੋਵੇਗਾ।